ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਸਾਹਿਬ ਜੀ ਆਏ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਜਿਵੇਂ ਸਿਆਸਤ ਤੇ ਸੰਵੇਦਨਾ ਇਕੱਠੇ ਨਹੀਂ ਤੁਰਦੇ, ਉਵੇਂ ਹੀ ਇਹਨਾਂ ਮੰਚਾਂ ਤੋਂ ਭਾਵੁਕਤਾ ਦਾ ਕੋਈ ਸਥਾਨ ਨਹੀਂ ਬਣਦਾ। ਲੇਕਿਨ ਅਸੀਂ ਨਰਮੋਏ ਨਹੀਂ ਹੋ ਸਕਦੇ। ਕਈ ਮੌਕਿਆਂ ਤੇ ਭਾਵੁਕ ਹੋਏ ਬਿਨਾਂ ਰਿਹਾ ਵੀ ਨਹੀਂ ਜਾਂਦਾ। ਜਥੇਦਾਰ ਸੇਵਾ ਸਿੰਘ ਸੇਖਵਾਂ ਇਸ ਦੁਨੀਆ 'ਚ ਨਹੀਂ ਰਹੇ। ਇੱਕ ਬਿਹਤਰੀਨ ਇਨਸਾਨ ਔਰ ਚੰਗਾ ਪੋਲੀਟੀਸ਼ੀਅਨ ਚੰਦਰੀਆਂ ਸਿਆਸਤਾਂ ਦੀ ਭੇਂਟ ਹੋ ਗਿਆ। ਮੈਨੂੰ ਉਹ ਸ਼ਾਨਦਾਰ ਦਿਨ ਯਾਦ ਆ ਜਦੋਂ ਮੈਂ ਪਹਿਲੀ ਵਾਰੀ ਕਾਹਨੂੰਵਾਨ ਹਲਕੇ ਦੇ ਪਿੰਡ ਝੰਡਾ ਲਬਾਣਾ 'ਚ 20 ਸਾਲ ਪਹਿਲਾਂ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਮਿਲਦਾ ਹਾਂ। ਗੱਲ 2001 ਦੀ ਹੈ। ਕੁੜੀਆਂ ਦੇ ਕਾਲਜ ਖੋਲ੍ਹਣ ਨਾਲ ਸੰਬੰਧਿਤ ਇੱਕ ਰਸਮ 'ਚ ਸ਼ਾਮਲ ਹੋਣ ਗਿਆ। ਜਦੋਂ ਮੈਂ ਮੰਚ ਤੋਂ ਉਤਰਦਾ ਤਾਂ ਜਥੇਦਾਰ ਸੇਖਵਾਂ ਆਪਣੇ ਗੱਡੀਆਂ ਦਾ ਕਾਫਲਾ ਛੱਡ ਕੇ ਮੇਰੀ ਮਾਰੂਤੀ 800 'ਚ ਬਹਿ ਜਾਂਦੇ ਤੇ ਮੈਨੂੰ ਉਹ 30 ਕਿਲੋਮੀਟਰ ਦਾ ਸਫ਼ਰ ਹੁਣ ਵੀ ਯਾਦ ਆ, ਜਦੋਂ ਮੈਨੂੰ ਇੱਕ ਸਧਾਰਨ ਜਿਹੇ ਨਜ਼ਰ ਆਉਂਦੇ ਪੋਲੀਟੀਸ਼ੀਅਨ ਦੇ ਵਿੱਚੋਂ ਇੱਕ ਦੂਰਅੰਦੇਸ਼ ਦਿਸਿਆ। ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਇੱਕ ਨੂਰ ਤੁਰਿਆ ਵਰਗਾ ਨਾਟਕ ਲਿਖਿਆ ਗੁਰੂ ਨਾਨਕ ਸਾਹਿਬ ਦੇ ਜੀਵਨ ਤੇ, ਜਿਹੜਾ ਦੂਰਦਰਸ਼ਨ ਤੋਂ ਲੜੀਵਾਰ ਪ੍ਰਸਾਰਿਤ ਹੋਇਆ। ਫਿਰ ਮੈਂ ਉਹਨਾਂ ਦੇ ਜੀਵਨ ਸਫ਼ਰ ਨੂੰ ਨੇੜਿਓਂ ਦੇਖਿਆ। ਉਹ ਕਈ ਝੋਰਿਆਂ 'ਚ ਜੀਂਦੇ ਸੀ। ਡਾਕਟਰ ਦਲਜੀਤ ਸਿੰਘ ਚੀਮਾ ਦਾ ਹੱਥ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫੜਾਉਣ ਵਾਲੇ ਜਥੇਦਾਰ ਸੇਵਾ ਸਿੰਘ ਸੇਖਵਾਂ ਅਕਸਰ ਝੁਰਦੇ ਰਹੇ ਕਿ ਜਿਹੜੇ ਬੂਟੇ ਮੈਂ ਲਾਏ ਤੇ ਪਾਲੇ, ਉਹਨਾਂ ਦੇ ਸ਼ੌਰੇ ਥੱਲੇ ਹੀ ਮੇਰੀ ਸਿਆਸੀ ਫਸਲ ਮਾਰੀ ਗਈ। ਉਹ ਜਦੋਂ ਗੁਰਦਾਸਪੁਰ ਜ਼ਿਲ੍ਹੇ ਦੀ ਸਿਆਸਤ ਦਾ ਜ਼ਿਕਰ ਕਰਦੇ ਸੀ, ਸੁੱਚਾ ਸਿੰਘ ਲੰਗਾਹ ਨੂੰ ਉਹਨਾਂ ਦੇ ਪਿਤਾ ਨੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਉਜਾਗਰ ਸਿੰਘ ਸੇਖਵਾਂ ਨੇ ਜ਼ਿਲ੍ਹਾ ਪ੍ਰਧਾਨ ਬਣਾਇਆ ਸੀ ਤੇ ਫਿਰ ਉਹ ਸ਼ਿਕਵਾ ਕਰਦੇ ਰਹੇ ਕਿ ਲੰਗਾਹ ਸਾਰੀ ਉਮਰ ਮੇਰੀ ਸਿਆਸੀ ਲਕੀਰ ਮੇਟਣ ਤੇ ਹੀ ਲੱਗੇ ਰਹੇ। ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨਾਲ ਰਿਸ਼ਤਿਆਂ ਦੀ ਗੱਲ ਹੁੰਦੀ ਸੀ ਤੇ ਇਹ ਕਿਚਨ ਕੈਬਨਿਟ ਦਾ ਸਾਥੀ, ਪੁਰਾਣਾ ਸਾਥੀ ਜਥੇਦਾਰ ਸੇਖਵਾਂ ਜਦੋਂ ਟੌੜੇ ਦਾ ਅਕਾਲੀ ਦਲ ਚੋਂ ਬਾਹਰ ਹੋਣ ਦਾ ਸਫ਼ਰ ਹੁੰਦਾ, ਉਦੋਂ ਲੋਕ ਸੰਪਰਕ ਮੰਤਰੀ ਸੀ। ਬਾਦਲ ਦੀ ਵਫਾਦਾਰੀ ਦਾ ਇਹੀ ਸਿਲਾ ਸੀ ਕਿ ਮਾਝੇ ਦੀ ਸਿਆਸਤ ਦੇ ਵਿੱਚ ਹੌਲੀ ਹੌਲੀ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਣ ਲੱਗਿਆ ਜਦੋਂ ਹੀ ਪੀੜ੍ਹੀ ਪਰਿਵਰਤਨ ਹੋਣਾ ਸ਼ੁਰੂ ਹੋਇਆ। ਤੇ ਫਿਰ ਜਦੋਂ ਐਜੂਕੇਸ਼ਨ ਮਿਨਿਸਟਰ ਹੁੰਦੇ ਆ, ਉਹਨਾਂ ਨੇ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਨ ਦੇ ਵਿੱਚ ਰੋੜਾ ਅਟਕਾਤਾ ਕਿ ਇਹ ਕੌਮ ਦੀ ਵਿਰਾਸਤ ਹੈ, ਇਹਨੂੰ ਨਿੱਜੀ ਟਰਸਟ ਨਾ ਬਣਾਇਆ ਜਾਵੇ। ਤਾਂ ਫਿਰ ਇਹ ਲੀਕ ਲੰਬੀ ਖਿੱਚੀ ਗਈ। ਬਟਾਲੇ ਹਲਕੇ ਤੇ ਹੱਕ ਰੱਖਣਾ ਉਹਨਾਂ ਨੂੰ ਮਹਿੰਗਾ ਪੈ ਗਿਆ ਕਿਉਂਕਿ ਉਹਨਾਂ ਦਾ ਪਿੰਡ ਬਟਾਲਾ ਹਲਕੇ 'ਚ ਚਲੇ ਗਿਆ ਸੀ। ਦੂਰੀਆਂ ਇੰਨੀਆਂ ਵਧੀਆਂ ਕਿ ਹੌਲੀ ਹੌਲੀ ਜਥੇਦਾਰ ਸੇਖਵਾਂ ਅਕਾਲੀ ਦਲ ਤੋਂ ਬਾਹਰ ਹੋ ਗਏ। ਅਕਾਲੀ ਦਲ 'ਚ ਜੰਮਿਆ ਬੰਦਾ ਅਕਾਲੀ ਦਲ ਤੋਂ ਬਾਹਰ ਹੋ ਕੇ ਵੀ ਤਸੱਲੀ ਨਾ ਹਾਸਲ ਕਰ ਸਕਿਆ। ਫੌਤ ਹੋਣ ਤੋਂ ਪਹਿਲਾਂ ਮੈਂ ਉਹਨਾਂ ਦੀ ਮਾਨਸਿਕ ਸਥਿਤੀ ਨੂੰ ਸਮਝ ਸਕਦਾ ਹਾਂ ਕਿ ਇਹ ਝੋਰਾ ਦੇਰ ਤੱਕ ਉਹਨਾਂ ਦੇ ਨਾਲ ਰਿਹਾ, ਜਿਹੜਾ ਉਹਨਾਂ ਦੀ ਮੌਤ ਵਿੱਚ ਵੀ ਬਦਲਿਆ। ਬਿਮਾਰੀਆਂ ਤਾਂ ਆਪਣੀ ਜਗ੍ਹਾ, ਲੇਕਿਨ ਨਿਰਾਸ਼ਾ ਜਾਂ ਹੋਰ ਕਈ ਪਹਿਲੂ ਹੁੰਦੇ ਆ ਜਿਹੜੇ ਬੰਦਿਆਂ ਨੂੰ ਅੰਦਰੋਂ ਅੰਦਰੀ ਖਾ ਜਾਂਦੇ ਆ। ਇਹ ਸਿਆਸਤ ਵੱਢ ਖਾਣੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਔਰ ਬਹੁਤ ਸਾਰੇ ਲੋਕ ਜਿਹੜੇ ਸੰਵੇਦਨਸ਼ੀਲ ਨੇ, ਇਸ ਸਿਆਸਤ ਦੇ ਵਿੱਚ ਮੂੰਹ ਦਿਖਾ ਕੇ ਘਰਾਂ ਨੂੰ ਪਰਤੇ, ਲੇਕਿਨ ਬਾਅਦ ਦੇ ਵਿੱਚ ਉੱਠ ਨਾ ਸਕੇ। ਅੱਜ ਉਹ 2 ਵਜੇ ਉਹਨਾਂ ਦਾ ਅੰਤਮ ਸੰਸਕਾਰ ਹੈ। ਉਹਨਾਂ ਦੇ ਸੱਜਣ ਸਨੇਹੀ ਜ਼ਰੂਰ ਪਹੁੰਚਣਗੇ, ਲੇਕਿਨ ਇੱਕ ਬਿਹਤਰੀਨ ਸ਼ਖਸ ਜਿਹੜਾ ਵੱਖ-ਵੱਖ ਮੌਕਿਆਂ ਤੇ ਅਖਬਾਰਾਂ 'ਚ ਲਿਖਦਾ ਸੀ, ਜਿਸ ਵਿਅਕਤੀ ਨੂੰ ਸਾਹਿਤ 'ਚ ਦਿਲਚਸਪੀ ਸੀ, ਮੇਰੀ ਸਾਂਝ ਵੀ ਸਾਹਿਤਕ ਹੋਣ ਕਰਕੇ ਸੀ, ਕਿਉਂਕਿ ਜਦੋਂ ਮੈਂ ਪਹਿਲੀ ਵਾਰੀ ਮਿਲਿਆ ਮੈਨੂੰ ਸਿਆਸਤ ਦਾ ਊੜਾ-ਐੜਾ ਵੀ ਨਹੀਂ ਸੀ ਆਉਂਦਾ। ਖੈਰ, ਉਹਨਾਂ ਦੇ ਤੁਰ ਜਾਣ ਤੋਂ ਬਾਅਦ ਇੱਕ ਅੰਦਰ ਚੀਸ ਹੈ, ਇੱਕ ਟੀਸ ਹੈ। ਮੈਂ ਭਾਸਕਰ ਸਾਹਿਬ ਭਾਵੁਕ ਹੋ ਗਿਆ, ਲੇਕਿਨ ਅਸੀਂ ਇੱਥੋਂ ਅੱਗੇ ਵੀ ਵਧਣਾ ਹੈ। ਨਵਜੋਤ ਸਿੰਘ ਸਿੱਧੂ ਇੱਕ ਕਾਫਲਾ ਲੈ ਕੇ ਜਾ ਰਹੇ ਆ। 10,000 ਗੱਡੀ ਦਾ ਐਲਾਨ ਕੀਤਾ ਗਿਆ ਔਰ ਇੱਕ ਖਬਰੇ ਵੀ ਆ ਕਿ ਸਿੱਧੂ ਮੰਨ ਵੀ ਗਏ ਆ, ਅਸਤੀਫੇ ਦੀ ਗੱਲ ਆਈ ਗਈ ਹੋ ਗਈ ਆ। ਇਹਦੀ ਕੋਈ ਰਸਮੀ ਐਲਾਨ ਹੋਵੇ ਜਾਂ ਨਾ ਹੋਵੇ, ਲੇਕਿਨ ਫਿਲਹਾਲ ਉਹਨਾਂ ਨੂੰ ਪਾਰਟੀ ਨਾਲ ਤੁਰਨ ਲਈ ਇਸ ਸ਼ਰਤ ਤੇ ਮਨਾਇਆ ਗਿਆ ਕਿ ਤੁਸੀਂ ਫਲ ਖਾਣੇ ਆ ਕਿ ਰੁੱਖਾਂ ਨਾਲ ਜੱਫੀਆਂ ਪਾਉਣੀਆਂ। ਸਵਾਲ ਤਾਂ ਇੱਥੇ ਇਹ ਵੀ ਆ ਕਿ ਕੇਜਰੀਵਾਲ ਔਰ ਮੁੱਖ ਮੰਤਰੀ ਚੰਨੀ ਦਾ ਆਪਸ ਵਿੱਚ ਪੰਗਾ ਫਸਿਆ ਰਿਹਾ, ਪੇਚਾ ਪੈ ਗਿਆ। ਇਹਦੀ ਵੀ ਤੁਹਾਡੇ ਤੋਂ ਟਿੱਪਣੀ ਲੈਣੀ ਆ। ਤੇ ਹੋਰ ਵੀ ਇੱਕ ਦੋ ਪਹਿਲੂ ਜਿਨ੍ਹਾਂ 'ਚ ਰਜੀਆ ਸੁਲਤਾਨਾ ਦੇ ਅਸਤੀਫੇ, ਜਿਹੜੇ ਮਿਨਿਸਟਰ ਸੀ ਅਸਤੀਫਾ ਦੇ ਗਏ, ਉਹਦੀ ਇੱਕ ਲਿਸਟ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮੰਤਰੀਆਂ ਦੀ ਡਿਊਟੀ ਲਾਈ, ਉਹਦੇ ਵਿੱਚੋਂ ਉਹਨਾਂ ਦਾ ਨਾਂ ਮਾਈਨਸ ਹੈ। ਲੇਕਿਨ ਦੂਜੇ ਬੰਨੇ ਖਬਰ ਆ ਕਿ ਉਹਨਾਂ ਦਾ ਅਸਤੀਫਾ ਪ੍ਰਵਾਨ ਤਾਂ ਨਹੀਂ ਹੋਇਆ ਔਰ ਉਹ ਕੰਟੀਨਿਊ ਕਰਨਗੇ ਜਦੋਂ ਸਿੱਧੂ ਦੀ ਦੁਬਾਰਾ ਸਥਾਪਤੀ ਹੋ ਜਾਂਦੀ ਹੈ। ਖੈਰ, ਮੈਂ ਮੁੜ ਕੇ ਆਵਾਂ। ਜਿਹੜੀ ਸਿਆਸਤ, ਕੈਪਟਨ ਅਮਰਿੰਦਰ ਸਿੰਘ ਦਾ ਵੀ ਗੱਡੀ 'ਚ ਉਤਰਦਿਆਂ ਦਾ ਪੋਜ ਬੜਾ ਸੋਹਣਾ ਦਿੱਲੀ 'ਚ ਦਿਖਾਇਆ ਗਿਆ। ਉਹ ਕਿਹੜਾ ਚੰਦ ਚਾੜਨਗੇ, ਇਹਦੇ ਤੇ ਵੀ ਗੱਲ ਕਰਨੀ ਬਣਦੀ ਆ। ਤੇ ਮਾਣਯੋਗ ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਉੱਤੇ ਸੂਮੋਟੋ ਲਿਆ ਹੈ, ਇਹਦੇ ਉੱਤੇ ਵੀ ਟਿੱਪਣੀ ਲਵਾਂਗੇ ਤੁਹਾਡੀ। ਪਹਿਲਾਂ ਮੈਨੂੰ ਇਹ ਦੱਸਿਓ ਕਿ ਜਿਹੜੀ ਕਾਂਗਰਸ ਦੀ ਅੰਦਰਲੀ ਲੜਾਈ ਸੀ, ਸਿੱਝ ਲਈ ਗਈ?
ਪ੍ਰਗਟ ਸਿੰਘ ਔਰ ਖਾਸ ਤੌਰ ਤੇ ਹਰੀਸ਼ ਚੌਧਰੀ ਤੇ ਇੱਕ ਕ੍ਰਿਸ਼ਨਾ ਜਿਹੜੇ ਰਾਹੁਲ ਗਾਂਧੀ ਬ੍ਰਿਗੇਡ ਦੇ ਵਿੱਚ ਨੇ, ਉਹਨਾਂ ਵੱਲੋਂ ਜਿਸ ਤਰ੍ਹਾਂ ਦੀ ਮੈਰਾਥਨ ਮੀਟਿੰਗ ਤੇ ਜੋ ਕਨਸੋਆਂ ਉੱਭਰ ਕੇ ਆ ਰਹੀਆਂ, ਸਿੱਧੂ ਸਾਹਿਬ ਨੂੰ ਆਪਣੇ ਸਟੈਂਡ ਤੋਂ ਪਿਛਾਂਹ ਹਟਣ ਲਈ ਮਨਾਇਆ ਗਿਆ, ਜਾਂ ਸਿੱਧੂ ਸਾਹਿਬ ਸਟੈਂਡ ਤੇ ਕਾਇਮ ਰਹਿ ਕੇ ਪੰਜਾਬ ਦੇ ਮੁੱਦਿਆਂ ਦੇ ਨਾਲ ਇਹ ਲੜਾਈ ਲੜਦਿਆਂ ਵੀ ਕਾਂਗਰਸ ਦੀ ਅਗਵਾਈ ਕਰਨਗੇ? ਮੈਨੂੰ ਦੱਸਿਓ ਜ਼ਰਾ। ਰੰਧਾਵਾ ਜੀ, ਜੋ ਸਿੱਧੂ ਉਹਨਾਂ ਦੀ ਮੰਗਾਂ ਸੀਗੀ ਉਹ ਨਿਯੁਕਤਾਂ ਨੂੰ ਲੈ ਕੇ ਸੀਗੀ। ਖਾਸ ਕਰਕੇ ਮੰਗ ਤੇ ਪਹਿਲੇ ਉਹਨਾਂ ਦੀ ਕੁਝ ਮੰਤਰੀਆਂ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਕਰਨ ਦੀ ਵੀ ਉਹਦੀ ਜਿਹੜੀ ਖਿਲਾਫਤ ਕੀਤੀ ਸੀਗੀ। ਪਰ ਜਦ ਉਹਨਾਂ ਨੇ ਅਸਤੀਫਾ ਦਿੱਤਾ, ਮੇਨ ਮੰਗਾਂ ਸੀਗੀ ਕਿ ਏਜੀ ਨੂੰ ਹਟਾਇਆ ਜਾਏ ਤੇ ਡੀਜੀਪੀ ਨੂੰ ਹਟਾਇਆ ਜਾਏ। ਇਸ ਮੁੱਦੇ ਤੇ ਜਿਹੜੀ ਪੰਜਾਬ ਭਵਨ ਦੇ ਵਿੱਚ ਮੀਟਿੰਗ ਹੋਈ ਸੀ, ਜਿਹਦੇ ਵਿੱਚ ਹਰੀਸ਼ ਰਾਵਤ, ਚੰਨੀ ਹੋਣਾ ਤੇ ਸਿੱਧੂ ਹੋਣਾ ਪੇਸ਼ ਹੋਏ ਸੀ, ਮਿਲੇ ਸੀਗੇ, ਉਹਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਆਮ ਸਹਿਮਤੀ ਬਣ ਗਈ ਹੈ, ਇਸ ਮਸਲੇ ਦਾ ਹੱਲ ਛੇਤੀ ਕੀਤਾ ਜਾਏਗਾ। AICC ਤੋਂ ਮਸਲੇ ਦੇ ਹੱਲ ਦੇ ਬਾਰੇ 'ਚ ਪੰਜਾਬ ਦੇ ਲੋਕਾਂ ਨੂੰ ਬਰੀਫ ਕੀਤਾ ਜਾਏਗਾ। ਪਰ ਇੱਦਾਂ ਦਾ ਕੁਝ ਨਹੀਂ ਹੋਇਆ। 2 ਦਿਨ ਪਹਿਲੇ ਇਹ ਅਫਵਾਹ ਉੱਠੀ ਕਿ ਸ਼ਾਇਦ ਸਿੱਧੂ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਗਿਆ ਔਰ ਨਵੇਂ ਪ੍ਰਧਾਨ ਵਜੋਂ ਰਵਨੀਤ ਬਿੱਟੂ ਔਰ ਕੁਲਜੀਤ ਔਰ ਨਾਗਰਾ ਹੋਣਾ, ਚੰਨੀ ਉਹਨਾਂ ਦੇ ਨਾਲ ਜੈਟ ਤੇ ਦਿੱਲੀ ਜਾ ਕੇ ਉਸ ਕਵਾਇਦ ਨੂੰ ਸ਼ੁਰੂ ਕਰਦੇ। ਪਰ ਫਿਰ ਵੀ ਇੱਦਾਂ ਦਾ ਕੁਝ ਨਹੀਂ ਹੋਇਆ। ਹੁਣ ਅੱਜ ਜਿਹੜੀ ਖਬਰ ਨਿਕਲ ਕੇ ਆਈ ਹੈ ਕਿ ਕੱਲ ਜਿਹੜੀ ਮੀਟਿੰਗ ਹੋਈ ਆ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਬਤੌਰ PPCC ਪ੍ਰਧਾਨ ਕੰਟੀਨਿਊ ਕਰਨਗੇ ਔਰ ਨਾਲ ਦੇ ਨਾਲ ਉਹ ਜਿਹੜਾ ਅੱਜ ਜਿਹੜਾ ਪ੍ਰੋਸੈਸ਼ਨ ਕੱਢ ਰਹੇ ਨੇ, ਜਿਹੜਾ ਰੋਸ਼ ਯਾਤਰਾ ਕੱਢ ਰਹੇ ਨੇ, ਤਕਰੀਬਨ 10,000 ਗੱਡੀਆਂ ਦੀ ਗੱਲ ਕੀਤੀ ਗਈ ਹੈ। MLA ਦੀ ਡਿਊਟੀ ਲਾ ਦਿੱਤੀ ਗਈ ਹੈ। 200 ਦੇ ਕਰੀਬ ਗੱਡੀਆਂ ਤਕਰੀਬਨ ਹਰ MLA ਲੈ ਕੇ ਆਏਗਾ। ਇਹਦੇ ਹਿਸਾਬ ਨਾਲ ਜੇ ਅੱਜ ਦਾ ਉਹਨਾਂ ਦਾ ਸ਼ੋਅ ਚੰਗਾ ਹੋ ਜਾਂਦਾ ਹੈ, ਜਿੱਦਾਂ ਕਿ ਹਰੀਸ਼ ਰਾਵਤ ਉਹਨਾਂ ਨੇ ਵੀ ਟਿੱਪਣੀ ਕੀਤੀ ਸੀਗੀ ਕਿ ਸਾਨੂੰ ਇੱਦਾਂ ਦੀ ਕਾਂਗਰਸ ਚਾਹੀਦੀ ਸੀ, ਜਦ ਸਿੱਧੂ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਪੈਦਲ ਮਾਰਚ ਕਰਾਂਗੇ ਲਖੀਮਪੁਰ ਖੀਰੀ ਤੱਕ। ਚਲੋ ਪੈਦਲ ਤੇ ਨਹੀਂ, ਪਰ 10,000 ਗੱਡੀਆਂ ਦੀ ਗੱਲ ਕੀਤੀ ਗਈ ਹੈ। ਡੀਜ਼ਲ ਕਿੰਨਾ ਕੁ ਖਰਚ ਹੋਏਗਾ, ਇਹ ਸ਼ਾਇਦ ਸ਼ੰਭੂ ਬਾਰਡਰ ਜਾਂ ਹੋਰ ਬਾਰਡਰਾਂ ਤੇ ਇਹਨਾਂ ਨੂੰ ਅਰੈਸਟ ਕਰ ਲਿੱਤਾ ਜਾਏਗਾ। ਪਰ ਚਲੋ ਆਹ ਜਿਹੜਾ ਸ਼ੋਅ ਜਿਹੜਾ ਕੀਤਾ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਨੇ, ਇਹ ਇਸ ਗੱਲ ਨੂੰ ਵੀ ਸ਼ੋਅ ਕਰਦਾ ਹੈ ਕਿ ਜਿਹੜਾ ਅਸਤੀਫਾ ਉਹਨਾਂ ਨੇ ਦਿੱਤਾ ਸੀਗਾ, ਉਸ ਅਸਤੀਫੇ ਦੇ ਬਾਵਜੂਦ ਵੀ ਉਹ PPCC ਪ੍ਰਧਾਨ ਕੰਟੀਨਿਊ ਰੱਖਣਗੇ। ਉਹ ਅਸਤੀਫਾ ਰਿਜੈਕਟ ਹੋਏਗਾ, ਇਹ ਸਿੱਧੂ ਉਹਨਾਂ ਵਾਪਸ ਲੈਣਗੇ। ਇਹਦੇ ਉੱਤੇ ਕਾਂਗਰਸ ਨੇ ਫਿਲਹਾਲ ਤੇ ਚੁੱਪੀ ਧਾਰੀ ਹੋਈ ਹੈ। ਪਰ ਇਸ ਮੁੱਦੇ ਤੇ ਰਾਜਨੀਤੀ ਲਗਾਤਾਰ ਕਾਇਮ ਰਹੇਗੀ। ਜਿੱਦਾਂ ਤੁਸੀਂ ਗੱਲ ਕਹੀ ਕਿ ਸਿੱਧੂ ਉਹਨਾਂ ਨੂੰ ਸ਼ਾਇਦ ਇਹ ਸਮਝਾ ਦਿੱਤਾ ਗਿਆ ਹੈ ਕਿ ਜਿਹੜੇ ਮੁੱਦੇ ਸਿੱਧੂ ਉਹਨਾਂ ਨੇ ਚੱਕੇ ਸੀਗੇ, ਖਾਸ ਕਰਕੇ ਉਹ 5 ਨੁਕਾਤੀ ਪ੍ਰੋਗਰਾਮ ਜਾਂ 18 ਨੁਕਾਤੀ ਪ੍ਰੋਗਰਾਮ ਜਿਹੜਾ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਸੀਗਾ, ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਨਾ ਕੇਵਲ ਗੱਲਬਾਤ ਹੋਏਗੀ, ਉਹਨਾਂ ਨੂੰ ਸਿੱਟੇ ਤੱਕ ਵੀ ਪਹੁੰਚਾਇਆ ਜਾਏਗਾ, ਭਾਵੇਂ DGP ਸੋਹਤਾ ਸਾਹਿਬ ਹੋਣ, ਭਾਵੇਂ AG ਦਿਓਲ ਸਾਹਿਬ ਹੋਣ। ਪਰ ਮੁੱਦਿਆਂ ਦਾ ਹੱਲ ਜ਼ਿਆਦਾ ਇੰਪੋਰਟੈਂਟ ਹੈ। ਜਿੱਦਾਂ ਤੁਸੀਂ ਪਹਿਲੇ ਵੀ ਕਹਿ ਚੁੱਕੇ ਹੋ ਕਿ ਤੁਸੀਂ ਫਲ ਖਾਣੇ ਕਿ ਰੁੱਖ ਗਿਣਨੇ ਆ, ਇਹ ਗੱਲ ਸਿੱਧੂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤੀ ਗਈ ਹੈ। ਪਰ ਸਿੱਧੂ ਉਹਨਾਂ ਜਿੱਦੀ ਨੇ, ਉਹਨਾਂ ਦਾ ਸੁਭਾਅ ਸ਼ੁਰੂ ਤੋਂ ਇੱਦਾਂ ਦਾ ਰਿਹਾ ਹੈ ਕਿ ਜਿਹੜਾ ਇੱਕ ਵਾਰ ਉਹ ਕਦਮ ਚੱਕ ਲੈਂਦੇ ਆ ਤੇ ਵਾਪਸ ਨਹੀਂ ਹੁੰਦੇ। ਹੁਣ ਇਸ ਗੱਲ ਦੇ ਉੱਤੇ ਸਿੱਧੂ ਉਹਨਾਂ ਕਿੰਨੇ ਕੁ ਮੰਨੇ ਹੈ ਔਰ ਕਿੰਨੀ ਕੁ ਗੱਲ ਉਹਨਾਂ ਨੂੰ ਇਹ ਗੱਲ ਜੱਚ ਗਈ ਹੈ, ਕਿਉਂਕਿ ਪਬਲਿਕ ਪਰਸੈਪਸ਼ਨ ਆ ਜਾਏਗਾ ਵੀ ਸਿੱਧੂ ਉਹਨਾਂ ਨੇ ਜਿਹੜੀ ਮੰਗੀ ਸੀਗੀ ਉਹ ਉਹਨਾਂ ਵਿੱਚੋਂ ਕੋਈ ਵੀ ਪੂਰੀ ਨਹੀਂ ਹੋਈ। ਉਸ ਤੋਂ ਬਾਵਜੂਦ ਵੀ ਉਸੇ ਤਨਖਾਹ ਤੇ ਸਿੱਧੂ ਉਹਨਾਂ ਕੰਮ ਕਰਨ ਦੇ ਵਾਸਤੇ ਰਾਜ਼ੀ ਹੋ ਗਏ ਨੇ। ਇਹਦੇ ਉੱਤੇ ਰਾਜਨੀਤੀ ਹੋਣਾ ਬਾਕੀ ਹੈ। ਮੈਂ ਭਾਸਕਰ ਸਾਹਿਬ ਇਹਦੇ 'ਚ ਇੱਕ ਚੀਜ਼ ਸ਼ਾਮਲ ਕਰਨਾ ਚਾਹੂੰਗਾ, ਜੇ ਆਗਿਆ ਦਿਓ, ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਆਪਣੇ ਸਟੈਂਡ ਤੇ ਕਾਇਮ ਰਹਿੰਦੇ ਆ ਕਿ ਅਸਤੀਫਾ ਦਿੱਤਾ ਹੋਇਆ, ਤਾਂ ਇਨ ਦਾ ਮੀਨ ਟਾਈਮ ਕਿਸੇ ਤਰ੍ਹਾਂ ਦੀ ਐਕਸ਼ਨ ਨਜ਼ਰ ਆਉਂਦੀ ਹੈ, ਤਾਂ ਉਹ ਕਹਿ ਸਕਦੇ ਆ ਕਿ ਜਿਹੜੇ ਮੁੱਦੇ ਮੈਂ ਉਠਾਏ ਸੀ ਉਹਨਾਂ ਤੇ ਕਾਰਵਾਈ ਸ਼ੁਰੂ ਹੋ ਗਈ ਹੈ, ਮੈਂ ਆਪਣਾ ਅਸਤੀਫਾ ਵਾਪਸ ਲੈਣਾ। ਇੱਕ ਤਾਂ ਇਹ ਪਹਿਲੂ। ਦੂਜਾ ਪਹਿਲੂ ਹੈ ਕਿ ਹਾਈ ਕਮਾਂਡ ਉਹਨਾਂ ਦਾ ਅਸਤੀਫਾ ਰੱਦ ਕਰ ਦੇਵੇ, ਇਹ ਕਹਿ ਕੇ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਉਠਾਏ ਗਏ ਮੁੱਦਿਆਂ ਤੇ ਸਰਕਾਰ ਕੰਮ ਕਰਨ ਲਈ ਪਾਬੰਦ ਹੈ ਤੇ ਜਲਦੀ ਇਹਦੇ ਉੱਤੇ ਜਿਹੜਾ ਨਿਰਣਾਇਕ ਜਿਹੜੀ ਗੱਲ ਹੋਵੇਗੀ। ਇਹ ਮੈਨੂੰ ਲੱਗਦਾ ਕਿ 2 ਪਹਿਲੂ ਹੋ ਸਕਦੇ ਆ, ਕਿਉਂਕਿ ਸਿੱਧੂ ਉਵੇਂ ਅਸਤੀਫਾ ਲੈਣ ਦੀ ਸਥਿਤੀ 'ਚ ਹੈ ਨਹੀਂ ਸੁਭਾਅ ਦੇ ਨਜ਼ਰੀਏ ਤੋਂ, ਤੇ ਜੇ ਹਾਈ ਕਮਾਂਡ ਰੱਦ ਕਰਦੀ ਤੇ ਉਹ ਸਿੱਧੂ ਅੱਗੇ ਝੁਕੀ ਨਜ਼ਰ ਆਉਂਦੀ ਆ। ਸੋ ਗੱਲ ਉੱਥੇ ਫਸੀ ਆ, ਸੱਪ ਦੇ ਮੂੰਹ 'ਚ ਕੋੜ ਕਰ ਲਈ। ਹੁਣ ਕਿੱਦਾਂ ਅੰਦਰ ਜਾਂਦੀ ਬਾਹਰ ਆਉਂਦੀ, ਦੱਸੋ ਜ਼ਰਾ। ਬਿਲਕੁਲ, ਹੁਣ ਤੇ ਲੜਾਈ ਫੇਸ ਸੇਵਿੰਗ ਦੀ ਹੈਗੀ ਹੈ, ਸਿੱਧੂ ਉਹਨਾਂ ਵਾਸਤੇ ਵੀ ਔਰ ਕੇਂਦਰੀ ਜਿਹੜੇ ਇਹਨਾਂ ਦੀ ਹਾਈ ਕਮਾਨ ਹੈਗੀ ਆ ਉਹਨਾਂ ਦੇ ਵਾਸਤੇ ਵੀ। ਕਿਉਂਕਿ ਚੰਨੀ ਉਹਨਾਂ ਆਪਣੇ ਬਿਆਨਾਂ ਦੇ ਵਿੱਚ ਕਈ ਵਾਰ ਕਹਿ ਚੁੱਕੇ, ਮੇਰਾ ਕੰਮ ਹੈਗਾ ਕੰਮ ਕਰਨਾ, ਸਰਕਾਰ ਚਲਾਉਣਾ। PPCC ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਕੰਮ ਹੈਗਾ ਆਰਗੇਨਾਈਜੇਸ਼ਨ ਚਲਾਉਣਾ। ਆਰਗੇਨਾਈਜੇਸ਼ਨ ਦੇ ਪੱਧਰ ਤੇ ਹਜੇ ਤੱਕ
ਮੇਰੇ ਖਿਆਲ ਨਾਲ ਜਾਖੜ ਸਾਹਿਬ ਵੇਲੇ ਵੀ ਆਰਗੇਨਾਈਜੇਸ਼ਨ ਦਾ ਸਟਰਕਚਰ ਨਹੀਂ ਬਣਿਆ ਸੀਗਾ ਔਰ ਅੱਜ ਤੱਕ ਉਹਦੀ ਕਵਾਇਦ ਵੀ ਨਹੀਂ ਸ਼ੁਰੂ ਹੋ ਪਾਈ। ਇਸ ਮੁੱਦੇ ਦੇ ਉੱਤੇ ਸਿੱਧੂ ਉਹਨਾਂ ਚੁੱਪ ਨੇ। ਹੁਣ ਜਿਹੜਾ ਪ੍ਰਗਟ ਸਿੰਘ ਉਹਨਾਂ ਦਾ ਕਮਰਾ ਹੁੰਦਾ ਸੀਗਾ ਪੰਜਾਬ ਭਵਨ ਦੇ ਵਿੱਚ, ਉਹਦੇ ਵਿੱਚ ਢੀਂਗਰਾ ਸਾਹਿਬ ਦਾ ਬੋਰਡ ਲੱਗਿਆ ਹੋਇਆ ਹੈ। ਪ੍ਰਗਟ ਸਿੰਘ ਉਹਨਾਂ ਦਾ ਕਮਰਾ ਉਸ ਪੰਜਾਬ ਭਵਨ ਦੇ ਵਿੱਚ ਮੈਨੂੰ ਨਜ਼ਰ ਨਹੀਂ ਆਇਆ, ਮੇਰਾ ਚੱਕਰ ਲੱਗਿਆ ਸੀਗਾ ਕੱਲ ਉੱਥੇ ਦਾ। ਕਾਂਗਰਸ ਭਵਨ ਹਾਂਜੀ ਕਾਂਗਰਸ ਭਵਨ। ਔਰ ਦੂਜੇ ਪਾਸੇ ਜਿਹੜਾ ਸਿੱਧੂ ਉਹਨਾਂ ਦਾ ਬਿਸਤਰਾ ਉੱਥੇ ਵਿਛਾਇਆ ਗਿਆ ਸੀਗਾ, ਉਹ ਹੁਣ ਬਿਸਤਰਾ ਗੋਲ ਹੋ ਗਿਆ ਹੈ। ਉਸ ਕਮਰੇ ਦੇ ਵਿੱਚ ਉਹਨਾਂ ਦਾ ਬਿਸਤਰਾ, ਉਹਨਾਂ ਦਾ ਬੈੱਡ ਨਹੀਂ ਲੱਗਿਆ ਹੋਇਆ। ਉਹ ਬੈੱਡ ਕਿੱਥੇ ਗਿਆ? ਕਿ ਸਿੱਧੂ ਉਹਨਾਂ ਦੇ ਘਰੇ ਭੇਜ ਦਿੱਤਾ ਗਿਆ ਜਾਂ ਹੋਰ ਕਿਸੇ ਕਮਰੇ, ਸਟੋਰ ਜਾਂ ਕਿਸੇ ਜਗ੍ਹਾ ਲਾ ਦਿੱਤਾ ਗਿਆ? ਉਹਦੇ ਬੈੱਡ ਵਾਲੇ ਕਮਰੇ ਦੇ ਵਿੱਚ ਸਿੱਧੂ ਉਹਨਾਂ ਇੱਕ ਦਿਨ ਵੀ ਲੰਮੇ ਨਹੀਂ ਪਏ, ਇੱਕ ਦਿਨ ਵੀ ਰਾਤ ਨਹੀਂ ਗੁਜ਼ਾਰੀ। ਪਰ ਉਹ 15 ਅਗਸਤ ਨੂੰ ਜਿਹੜਾ ਬਿਸਤਰਾ ਲਾਉਣ ਦੀ ਗੱਲ ਸੀ, ਉਹ ਜ਼ਰੂਰ ਉਹਨਾਂ ਨੇ ਬਿਸਤਰਾ ਲਾਤਾ ਸੀ। ਜਿੱਦਾਂ ਸੁਖਬੀਰ ਬਾਦਲ ਉਹਨਾਂ ਨੇ ਪਾਣੀ ਵਾਲੀ ਬੱਸ ਚਲਾਈ ਸੀਗੀ, ਉੱਦਾਂ ਹੀ ਇਹਨਾਂ ਨੇ ਆਪਣਾ ਬਿਸਤਰਾ ਕਾਂਗਰਸ ਭਵਨ ਦੇ ਵਿੱਚ ਲਾਤਾ ਸੀਗਾ। ਹੁਣ ਇਹਨਾਂ ਗੱਲਾਂ ਦੇ ਉੱਤੇ ਸਿਰਫ ਗੱਲਾਂ ਹੋਣੀ, ਕੰਮ ਨਾ ਹੋਣੇ। ਉਹ ਹੁਣ ਨਵੀਂ ਸਰਕਾਰ ਬਣੀ ਹੈ, ਚੰਨੀ ਸਰਕਾਰ। ਉਮੀਦ ਸੀਗੀ ਕਿ ਪਹਿਲੀ ਕੈਬਨਿਟ ਦੇ ਵਿੱਚ ਕੁਝ ਇੱਦਾਂ ਦੇ ਫੈਸਲੇ ਲਿੱਤੇ ਜਾਣਗੇ ਜਿੱਦਾਂ ਤੋਂ ਲੋਕਾਂ ਨੂੰ ਇਹ ਲੱਗਣਾ ਸ਼ੁਰੂ ਹੋਏਗਾ ਕਿ ਵੀ ਹਾਂ ਹੁਣ ਕੰਮ ਹੋਇਆ ਜਿਹੜਾ 4.5 ਸਾਲ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਕੀਤੇ ਸੀ ਔਰ ਉਹਨਾਂ ਨੂੰ ਲਾ ਦਿੱਤਾ ਗਿਆ। ਹੁਣ ਵਕਤ ਆ ਗਿਆ ਹੈ ਕਿ ਉਹ ਸਾਰੇ ਕੰਮ ਫਾਸਟ ਫਾਰਵਰਡ ਮੋਡ ਤੇ ਹੋਣਗੇ। ਪਰ 15 ਕੁ ਦਿਨ ਸਰਕਾਰ ਬਣੇ ਹੋ ਗਏ। 15 ਦਿਨਾਂ ਦੇ ਵਿੱਚ ਉਹਨਾਂ ਕੰਮਾਂ ਦੇ ਉੱਤੇ ਇੱਕ ਵੀ ਸਟੈਪ ਨਾ ਚੱਕਣਾ, ਉਹ ਆਪਣੇ ਆਪ ਵਿੱਚ ਕਾਂਗਰਸ ਦੇ ਵਿੱਚ ਜਿਹੜਾ ਕਾਡੋ ਕਲੇਸ਼ ਮਚਿਆ ਹੋਇਆ ਉਹਨੂੰ ਇੰਡੀਕੇਟ ਕਰਦਾ ਹੈ। ਔਰ ਹੁਣ ਕੈਬਨਿਟ ਦੀ ਮੀਟਿੰਗ ਇੱਕ ਜਿਹੜੀ ਲਾਸਟ ਹੋਈ ਸੀਗੀ, ਉਹਦੇ ਵਿੱਚ ਤੇ ਜਿਹੜੇ ਲਖੀਮਪੁਰ ਖੀਰੀ ਕਿਸਾਨ ਮਰੇ ਸੀਗੇ, ਉਹਨਾਂ ਦੀ ਮੌਨ ਕਰ 2 ਮਿੰਟ ਦਾ ਮੌਨ ਰੱਖ ਕੇ ਉਹ ਕੈਬਨਿਟ ਦੀ ਮੀਟਿੰਗ ਖਤਮ ਹੋ ਗਈ ਸੀ। ਅਗਲੀ ਕੈਬਨਿਟ ਦੀ ਮੀਟਿੰਗ ਜਦੋਂ ਹੋਏਗੀ, ਉਹਦੇ ਵਿੱਚ ਉਹਨਾਂ ਮੁੱਦਿਆਂ ਦੇ ਉੱਤੇ ਕੀ ਰੁਖ ਹੁੰਦਾ ਹੈ ਸਰਕਾਰ ਦਾ, ਕੀ ਰੁਖ ਹੁੰਦਾ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਦਾ, ਉਹ ਲੜਾਈ, ਉਹ ਕਲੇਸ਼ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਰਾਜਨੀਤੀ ਕਰਨ ਦੀ ਗੱਲ ਕਰਦੇ ਨੇ ਨਵਜੋਤ ਸਿੰਘ ਸਿੱਧੂ, ਉਹਨਾਂ ਮੁੱਦਿਆਂ ਤੇ ਕਿੰਨਾ ਕੁ ਖੜਦੇ ਨੇ, ਇਹ ਅੱਗੇ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗ। ਭਾਸਕਰ ਸਾਹਿਬ, ਅੰਗਰੇਜ਼ੀ ਦੀ ਇੱਕ ਵੱਡੀ ਅਖਬਾਰ ਦੇ ਵਿੱਚ ਬੀਤੇ ਦਿਨ ਸਟੋਰੀ ਸੀ ਨਸ਼ਿਆਂ ਨਾਲ ਮੁਤਲਕ, ਔਰ ਜਿਹੜੀ ਉੱਥੇ ਸੁਣਵਾਈ ਹੋਈ ਹੈ ਉਹਦੇ ਵਿੱਚ ਐਡਵੋਕੇਟ ਸਰਦਾਰ ਨਵਕਿਰਨ ਸਿੰਘ ਦੇ ਹਵਾਲੇ ਵੀ ਸੀ ਔਰ ਏਡੀਜੀਪੀ ਮਾਫੀ ਚਾਹੁੰਦਾ ਏਜੀ ਪੰਜਾਬ ਦਿਓਲ ਸਾਹਿਬ ਦੇ ਹਵਾਲੇ ਨਾਲ ਵੀ ਉਹ ਖਬਰ ਪ੍ਰਕਾਸ਼ਿਤ ਹੋਈ ਸੀ ਕਿ ਦੋਨਾਂ ਦਾ ਪੱਖ ਉਹਦੇ ਚ ਲਿਆ ਗਿਆ। ਸਵਾਲ ਇਹ ਸੀ ਕਿ ਐਡਵੋਕੇਟ ਨਵਕਿਰਨ ਸਿੰਘ ਕਹਿੰਦੇ ਆ ਕਿ ਗਵਰਨਮੈਂਟ ਨੂੰ ਕਿਸੇ ਨੇ ਰੋਕਿਆ ਨਹੀਂ, ਜੇ ਉਹ ਚਾਹਵੇ, ਕਿਉਂਕਿ ਕੋਈ ਕਿਸੇ ਕੋਰਟ ਦੇ ਵਿੱਚੋਂ ਸਟੇ ਨਹੀਂ ਔਰ ਕੋਰਟ ਦੀ ਪਾਬੰਦੀ ਨਹੀਂ ਕਿ ਕੋਈ ਕਾਰਵਾਈ ਤੁਸੀਂ ਨਹੀਂ ਕਰ ਸਕਦੇ, ਕਾਰਵਾਈ ਕਰੋ ਤੁਸੀਂ। ਇਹਨਾਂ ਮਾਮਲਿਆਂ 'ਚ ਜਿਹੜੇ ਕੋਰਟ ਦੇ ਵਿੱਚ ਲੰਬਿਤ ਪਏ ਆ, ਇਹਨਾਂ 'ਚ ਪੰਜਾਬ ਸਰਕਾਰ ਆਪਣੇ ਤੌਰ ਤੇ ਪ੍ਰੋਸੀਡ ਕਰ ਸਕਦੀ ਹੈ, ਅੱਗੇ ਵੱਧ ਸਕਦੀ ਆ, ਇਨਵੈਸਟੀਗੇਟ ਵੀ ਕਰ ਸਕਦੀ ਆ ਤੇ ਜੋ ਜ਼ਰੂਰੀ ਹੁੰਦਾ ਇਹਦੇ 'ਚ ਉਹ ਕਰ ਸਕਦੀ। ਲੇਕਿਨ ਏਜੀ ਸਾਹਿਬ ਕਹਿੰਦੇ ਕਿ ਇਹ ਐਥੀਕਲੀ ਠੀਕ ਨਹੀਂ ਹੋਊਗਾ, ਇਹ ਨੈਤਿਕ ਤੌਰ ਤੇ ਠੀਕ ਨਹੀਂ ਹੋਊਗਾ ਕਿ ਕੋਈ ਮਾਮਲਾ ਕੋਰਟ ਦੇ ਵਿਚਾਰ ਅਧੀਨ ਹੋਵੇ ਤੇ ਉਹਦੇ ਤੇ ਸਰਕਾਰ ਵੀ ਐਕਸ਼ਨ ਕਰਦੀ ਨਜ਼ਰ ਆਵੇ। ਖੈਰ ਸਮਾਂ ਬਹੁਤ ਥੋੜਾ ਬਚਿਆ। ਏਜੀ ਸਾਹਿਬ ਦਾ ਆਪਣਾ ਨਜ਼ਰੀਆ ਹੈ ਜਾਂ ਉਹਨਾਂ ਦਾ ਆਪਣਾ ਅਨੁਭਵ ਹੈ ਅਦਾਲਤਾਂ ਦਾ ਸਾਲਾਂ ਦਾ, ਔਰ ਕਾਮਯਾਬ ਇੱਕ ਕੈਰੀਅਰ ਹੈ ਉਹਨਾਂ ਦਾ, ਭਾਵੇਂ ਉਹ ਸਟੇਟ ਦੇ ਖਿਲਾਫ ਹੋਵੇ ਜਾਂ ਆਪਣੇ ਕਲਾਇੰਟ ਦੇ ਹੱਕ 'ਚ ਹੋਵੇ। ਲੇਕਿਨ ਜਿਹੜੀ ਗੱਲ ਉਹਨਾਂ ਦੀ ਆ, ਤੁਸੀਂ ਠੀਕ ਕਹਿ ਰਹੇ ਹੋ ਕਿ ਕਾਫੀ ਦਿਨ ਬੀਤ ਗਏ ਆ, ਬਹੁਤ ਸਾਰੇ ਮਾਮਲਿਆਂ 'ਚ ਕਾਰਵਾਈ ਹੋ ਸਕਦੀ ਸੀ ਔਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਬਿਜਲੀ ਸਮਝੌਤੇ ਵੀ ਸ਼ਾਮਲ ਹੈ। ਬਿਜਲੀ ਦੇ ਕੱਟ ਬੜੇ ਜ਼ਬਰਦਸਤ ਲੱਗ ਰਹੇ ਇਹਨਾਂ ਦਿਨਾਂ 'ਚ, ਮੈਂ ਕੱਲ ਵੀ ਗੱਲ ਕੀਤੀ ਸੀ, ਹਾਹਾਕਾਰ ਮੱਚੀ ਪਈ ਆ ਔਰ 20-20 ਘੰਟੇ ਤੱਕ ਕੱਟ ਕਿਤੇ ਕਿਤੇ ਚਲੇ ਗਏ। ਪਿੰਡਾਂ ਦਾ ਕਈ ਏਰੀਆ ਐਸੇ ਨੇ ਜਿੱਥੇ ਐਵਰੇਜ 12 ਤੋਂ 15 ਘੰਟੇ ਤੱਕ ਕੱਟ ਮੈਂ ਖੁਦ ਝੱਲਿਆ। ਮੈਂ ਇੱਕ ਐਸੇ ਏਰੀਏ ਦੇ ਵਿੱਚ ਵਰਕ ਕਰਦਾ ਹਾਂ ਨਾਲ ਜਿਹਦੇ 'ਚ ਮੈਂ ਦੇਖਿਆ ਕਿ 15 ਘੰਟੇ ਤੱਕ ਬਿਜਲੀ ਕੱਲ ਗੁਲ ਰਹੀ। ਸਵਾਲ ਤਾਂ ਇਹ ਹੈ ਕਿ ਇਹ ਮਾਮਲੇ ਤੁਰੰਤ ਹੱਲ ਕਰਨ ਵੱਲ ਜੇ ਅੱਗੇ ਨਹੀਂ ਸੀ ਵੱਧਦੇ, ਜਾਂ ਹੋ ਸਕਦਾ ਲੱਗੀ ਵੀ ਹੋਏ ਗਵਰਨਮੈਂਟ ਅੰਦਰ ਖਾਤੇ ਕੁਝ ਡਿਊਟੀਆਂ ਲੱਗੀਆਂ ਵੀ ਹੋਣ, ਪਰ ਜ਼ਮੀਨ ਤੇ ਐਸਾ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ। ਜਦੋਂ ਅਸੀਂ ਅੱਧੀ ਰਾਤ ਨੂੰ ਵੀ ਫੋਟੋ ਖਿਚਾ ਲੈਂਦੇ ਆ, ਜਦੋਂ ਅਸੀਂ ਹਰ ਚੀਜ਼ ਦਿਖਾ ਕੇ ਹੀ ਕਰ ਰਹੇ ਆ, ਤੇ ਫਿਰ ਜੇ ਕਿਧਰੇ ਕੰਮ ਹੋ ਰਿਹਾ ਸੀ ਤੇ ਉਹ ਦਿਖਾਉਣੋਂ ਬਿਨਾਂ ਰਹਿ ਨਹੀਂ ਸੀ ਸਕਦੀ ਗਵਰਨਮੈਂਟ। ਇਹਦਾ ਮਤਲਬ ਅਜੇ ਗੱਲ ਤੁਰੀ ਓਨੀ ਨਹੀਂ, ਅਜੇ ਤਾਂ ਤਬਾਦਲਿਆਂ 'ਚ ਰੁੱਝੀ ਹੋਈ ਆ ਸਰਕਾਰ। ਮੈਂ ਟਿੱਪਣੀ ਚਾਹੂੰਗਾ ਤੁਹਾਡੀ ਇਹਦੇ ਤੇ, ਲੇਕਿਨ ਮੈਨੂੰ ਨਾਲ ਦੱਸਿਓ ਕਿ ਇੱਕ ਪੇਚਾ ਅੱਜ ਕੱਲ ਫਸਿਆ ਹੋਇਆ ਕੇਜਰੀਵਾਲ ਔਰ ਆਪਣੇ ਮੁੱਖ ਮੰਤਰੀ ਸਾਹਿਬ 'ਚ। ਲੇਕਿਨ ਉਸ ਤੋਂ ਪਹਿਲਾਂ ਰਜੀਆ ਸੁਲਤਾਨਾ ਵਾਲੇ ਅਸਤੀਫੇ ਦਾ ਜ਼ਿਕਰ ਜ਼ਰੂਰ ਕਰ ਲਿਓ। ਮੰਤਰੀ ਅਸਤੀਫਾ ਦੇ ਗਏ ਸੀਗੇ ਸਿੱਧੂ ਦੇ ਅਸਤੀਫੇ ਨਾਲ ਹੀ। ਹੁਣ ਜਿਹੜੀ ਜ਼ਿਲ੍ਹਿਆਂ ਦੇ ਵਿੱਚ ਜ਼ਿੰਮੇਵਾਰੀਆਂ ਵੰਡੀਆਂ ਗਈਆਂ ਨੇ, ਅਬਜ਼ਰਵਰ ਲਾਏ ਗਏ ਆ ਬਤੌਰ ਮਿਨਿਸਟਰ, ਗਵਰਨਮੈਂਟ ਵੱਲੋਂ ਨਿਰੀਖਕ ਲਾਏ ਗਏ ਆ, ਉਹਨਾਂ ਦੇ ਵਿੱਚ ਰਜੀਆ ਸੁਲਤਾਨਾ ਦਾ ਨਾਂ ਹੈ ਨਹੀਂ ਕਿ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਜਾਂ ਪੈਂਡਿੰਗ ਹੈ ਜਾਂ ਉਹਦੇ ਤੇ ਅਜੇ ਐਕਸ਼ਨ ਕਾਰਵਾਈ ਨਹੀਂ ਕੀਤੀ ਗਈ, ਨਹੀਂ ਤਾਂ ਉਹਨਾਂ ਦਾ ਵੀ ਕਿਸੇ ਜ਼ਿਲ੍ਹੇ 'ਚ ਨਾਂ ਹੋ ਸਕਦਾ ਸੀ। ਉਹ ਲਿਸਟ ਪਬਲਿਕ ਡੋਮੇਨ 'ਚ ਪਈ ਆ। ਰਜੀਆ ਸੁਲਤਾਨਾ ਉੱਥੋਂ ਮਾਈਨਸ ਨੇ। ਜੇ ਸਿੱਧੂ
ਸੈਟਲ ਹੋ ਗਏ ਤਾਂ ਰਜ਼ੀਆ ਸੁਲਤਾਨਾ ਦਾ ਅਸਤੀਫੇ ਦਾ ਕੀ ਬਣਿਆ? ਰੰਧਾਵਾ ਜੀ, ਜਿਹੜੀ ਗੱਲ ਏਜੀ ਉਹਨਾਂ ਨੇ ਕੀਤੀ ਹੈ, ਖਾਸ ਕਰਕੇ ਉਹਨਾਂ ਬੰਦ ਲਿਫਾਫਿਆਂ ਨੂੰ ਖੋਲ੍ਹਣ ਦੀ, ਔਰ ਕਿਹਾ ਗਿਆ ਹੈ ਕਿ ਉਹ ਐਥੀਕਲ ਨਹੀਂ ਹੋਣਗੇ ਜਦ ਕੋਰਟ ਦੇ ਵਿੱਚ ਉਹ ਕੇਸ ਪੈਂਡਿੰਗ ਹੈਗਾ ਤੇ ਉਹ ਲਿਫਾਫੇ ਸਰਕਾਰ ਆਪਣੇ ਪੱਧਰ ਤੇ ਖੋਲ ਦੇ। ਮੈਨੂੰ ਦੂਜੇ ਪਾਸੇ ਗੱਲ ਲੱਗਦੀ ਹੈ, ਆਲਦੋ ਉਹ ਜਿਹੜੇ ਕਾਨੂੰਨੀ ਤੌਰ ਤੇ ਇੱਕ ਬੜੇ ਵਿਸ਼ੇਸ਼ੱਗ ਹੈਗੇ ਨੇ ਉਹ, ਲੇਕਿਨ ਐਥੀਕਲ ਤੌਰ ਤੇ ਅਗਰ ਗੱਲ ਕੀਤੀ ਜਾਏ, ਮੋਰਲ ਗਰਾਊਂਡ ਤੌਰ ਤੇ ਅਗਰ ਗੱਲ ਕੀਤੀ ਜਾਏ, ਤੇ ਉਸ ਬੰਦ ਲਿਫਾਫੇ ਦਾ ਚੁਪਾਤੇ ਉਹ ਕੋਰਟ ਦੇ ਵਿੱਚ ਦੇਣਾ, ਔਰ ਉਹਨੂੰ ਆਪਾਂ ਕਹਿ ਰਹੇ ਹਾਂ ਐਕਸ਼ਨ ਟੇਕਨ ਰਿਪੋਰਟ, ਔਰ ਸਰਕਾਰ ਦੇ ਕਮੈਂਟਸ, ਜਿਹੜੀ ਐਸਟੀਐਫ ਦੀ ਰਿਪੋਰਟ ਸੀਗੀ ਜਾਂ ਫਿਰ ਜਿਹੜੀ ਈਡੀ ਦੀ ਰਿਪੋਰਟ ਦੇ ਉੱਤੇ ਤੇ ਖੈਰ ਸਰਕਾਰ ਨਹੀਂ ਸੀ, ਪਰ ਈਡੀ ਦੀ ਰਿਪੋਰਟ ਦੇ ਬੇਸ ਤੇ ਹੀ ਐਸਟੀਐਫ ਦੀ ਰਿਪੋਰਟ ਸੀਗੀ, ਉਹਦੇ ਉੱਤੇ ਸਰਕਾਰ ਨੇ ਆਪਣੀ ਐਕਸ਼ਨ ਟੇਕਨ ਰਿਪੋਰਟ ਅਗਰ ਜਮ੍ਹਾਂ ਕਰਾਈ ਹੈ ਤੇ ਉਹ ਜਨਤਕ ਕਰਨ ਦੇ ਵਿੱਚ ਐਥੀਕਲ ਅਨਐਥੀਕਲ ਕੀ ਹੈਗਾ, ਬਲਕਿ ਉਸ ਰਿਪੋਰਟ ਨੂੰ ਜਨਤਕ ਨਾ ਕਰਨਾ ਅਨਐਥੀਕਲ ਹੋ ਸਕਦਾ ਹੈ, ਲੇਕਿਨ ਉਸ ਰਿਪੋਰਟ ਨੂੰ ਅਗਰ ਉਜਾਗਰ ਕਰਦੇ ਨੇ ਤਾਂ ਉਹ ਤੇ ਇੱਕ ਐਥੀਕਲ ਜੀ ਚੀਜ਼ ਹੋਏਗੀ। ਚਲੋ ਇਹ ਕਾਨੂੰਨੀ ਮੁੱਦਾ ਹੈਗਾ। ਨਹੀਂ, ਇਹਦੇ ਚ ਭਾਸਕਰ ਸਾਹਿਬ ਇੱਕ ਲਾਈਨ ਹੋਰ ਐਡ ਕੀਤੀ ਜਾ ਸਕਦੀ ਹੈ ਕਿ ਜਦੋਂ ਗਵਰਨਮੈਂਟ ਨੂੰ ਐਸਟੀਐਫ ਦੇ ਚੀਫ ਹਰਪ੍ਰੀਤ ਸਿੰਘ ਸਿੱਧੂ ਵਾਲੀ ਰਿਪੋਰਟ ਤੇ ਹਾਈ ਕੋਰਟ ਨੇ ਐਕਸ਼ਨ ਟੇਕਨ ਰਿਪੋਰਟ ਲਈ ਕਿਹਾ ਸੀ, ਤਾਂ ਐਕਸ਼ਨ ਲੈ ਕੇ ਵੀ ਰਿਪੋਰਟ ਕੀਤੀ ਜਾ ਸਕਦੀ ਸੀ, ਜਾਂ ਹੁਣ ਤੱਕ ਜੇ ਨਹੀਂ ਐਕਸ਼ਨ ਹੋਇਆ ਤੇ ਹੁਣ ਵੀ ਹੋ ਸਕਦਾ ਸੀ, ਉਹਦੇ ਤੇ ਇਨਵੈਸਟੀਗੇਸ਼ਨ ਤਾਂ ਕੀਤੀ ਜਾ ਸਕਦੀ ਨਾ। ਤੇ ਜੇ ਇਨਵੈਸਟੀਗੇਸ਼ਨ ਕਰਤੀ ਗਈ ਆ ਤੇ ਗਵਰਨਮੈਂਟ ਕਿਰਕਰੀ ਕਾਹਤੋਂ ਕਰਾਉਂਦੀ ਹੈ? ਪਹਿਲਾਂ ਕੈਪਟਨ ਸਾਹਿਬ ਉੱਤੇ ਬੈਠੇ ਰਹੇ ਫਾਈਲ ਤੇ ਹੁਣ ਹੋਣ ਵਾਲੇ ਬੈਠੇ ਨੇ, ਫਰਕ ਤਾਂ ਉੱਥੇ। ਚਲੋ ਖੈਰ, ਮੈਂ ਤੁਹਾਡੀ ਟਿੱਪਣੀ ਤੇ ਲਾਸਟ ਜਾਂਦੇ ਦੇਖੋ, ਜਦ ਡੀਜੀਪੀ ਦਿਨਕਰ ਗੁਪਤਾ ਉਹਨਾਂ ਦੇ ਹੁੰਦੇ ਸੀਗੇ ਔਰ ਸਿੱਧੂ ਉਹਨਾਂ ਪੀਪੀਸੀਸੀ ਪ੍ਰਧਾਨ ਹਜੇ ਬਣੇ ਨਹੀਂ ਸੀ, ਉਹਨਾਂ ਨੇ ਇੱਕ ਟਵੀਟ ਛੱਡਿਆ ਸੀਗਾ ਕਿ ਡੀਜੀਪੀ ਸਾਹਿਬ ਨੂੰ ਦੱਸਣਾ ਪਏਗਾ ਕਿ ਉਹ ਦੱਸਣ ਕਿ ਜਿਹੜੀ ਭੋਲੇ ਦੀ ਜਾਂ ਫਿਰ ਜਗਜੀਤ ਚਾਹਲ ਦੀ ਕਨਫੈਸ਼ਨ ਸਟੇਟਮੈਂਟ ਸੀਗੀ ਉਹਦੇ ਉੱਤੇ ਐਕਸ਼ਨ ਕਿਉਂ ਨਹੀਂ ਹੋਇਆ। ਸਰਕਾਰ ਚੇਂਜ ਹੋ ਜਾਂਦੀ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾਂਦਾ, ਚੰਨੀ ਸਰਕਾਰ ਬਣਦੀ ਹੈ, ਉਸ ਸਰਕਾਰ ਦੇ ਵਿੱਚ ਵੀ ਡੀਜੀਪੀ ਤੋਂ ਤੇ ਇਹ ਸਵਾਲ ਪੁੱਛਿਆ ਜਾ ਸਕਦਾ ਸੀਗਾ ਕਿ ਉਹ ਰਿਪੋਰਟ, ਜਿਸ ਰਿਪੋਰਟ ਦੇ ਉੱਤੇ ਸਰਕਾਰ ਦੇ ਕਮੈਂਟਸ ਮੰਗੇ ਗਏ ਸੀ ਜਾਂ ਐਕਸ਼ਨ ਟੇਕਨ ਰਿਪੋਰਟ ਪੇਸ਼ ਕੀਤੀ ਗਈ ਸੀ, ਉਸ ਪ੍ਰਾਈਮਾ ਫੇਸੀ ਐਵੀਡੈਂਸ ਦੇ ਹਿਸਾਬ ਨਾਲ ਇੱਕ ਐਫਆਈਆਰ ਦਰਜ ਹੋਣੀ ਬਣਦੀ ਸੀਗੀ, ਔਰ ਉਹ ਜਿਹੜੇ ਸਾਡੇ ਥੋੜੇ ਬਹੁਤ ਵੀ ਜਿਸ ਤਰੀਕੇ ਨਾਲ ਆਪਾਂ ਕਾਨੂੰਨ ਨੂੰ ਜਾਣਦੇ ਆ ਉਹਦੇ ਹਿਸਾਬ ਨਾਲ ਉਹ ਬਣਦੀ ਸੀਗੀ। ਤੇ ਉਸ ਡੀਜੀਪੀ ਨੂੰ ਵੀ ਪੁੱਛਿਆ ਜਾ ਸਕਦਾ ਸੀ ਇਹ ਐਕਸ਼ਨ ਕਿਉਂ ਨਹੀਂ ਲਿੱਤਾ ਗਿਆ। ਵਿਜੀਲੈਂਸ ਡਿਪਾਰਟਮੈਂਟ ਤੋਂ ਵੀ ਇਹ ਪੁੱਛਗਿੱਛ ਕੀਤੀ ਜਾ ਸਕਦੀ ਸੀ ਤੁਹਾਡੀ ਇਨਵੈਸਟੀਗੇਸ਼ਨ ਕਿੱਥੇ ਤੱਕ ਤੇ ਕਿੱਦਾਂ ਪਹੁੰਚੀ, ਪਰ ਇਦਾਂ ਦਾ ਕੁਝ ਨਹੀਂ ਹੋਇਆ। ਦਿਨਕਰ ਗੁਪਤਾ ਉਹਨਾਂ ਨੂੰ ਬਤੌਰ ਡੀਜੀਪੀ ਹਟਾ ਦਿੱਤਾ ਜਾਂਦਾ, ਉਹਨਾਂ ਦੀ ਨਵੀਂ ਪੋਸਟਿੰਗ ਹੋ ਗਈ ਹੈ ਪੰਜਾਬ ਹਾਊਸਿੰਗ ਫਾਈਨੈਂਸ ਕਾਰਪੋਰੇਸ਼ਨ ਦੇ ਵਿੱਚ। ਪਰ ਹੁਣ ਇਸ ਮੁੱਦੇ ਦੇ ਉੱਤੇ ਐਥੀਕਲ ਅਨਐਥੀਕਲ ਵਾਲੀ ਜਿਹੜੀ ਗੱਲਾਂ ਹੋ ਰਹੀਆਂ ਉਹ ਆਪਣੇ ਆਪ ਵਿੱਚ ਕਿਸੇ ਨਾ ਕਿਸੇ ਜਗ੍ਹਾ ਫੇਸ ਸੇਵਿੰਗ ਨੂੰ ਇੰਡੀਕੇਟ ਕਰਦੀ ਹੈ। ਪਰ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਇਸ ਮੁੱਦੇ ਤੇ ਚੁੱਪੀ ਧਾਰਨਾ ਔਰ ਇਹ ਬੰਦ ਲਿਫਾਫਿਆਂ ਦੀ ਗੱਲਾਂ ਦੇ ਉੱਤੇ ਸਿਰਫ ਟਵੀਟ ਛੱਡ ਦੇਣਾ, ਉਹ ਆਪਣੇ ਆਪ ਵਿੱਚ ਇਸ਼ੂ ਤੋਂ ਭੱਜਣ ਵਾਲੀ ਗੱਲ ਹੈਗੀ ਹੈ। ਇਸ ਮੁੱਦੇ ਦੇ ਉੱਤੇ ਉਹ ਹਮੇਸ਼ਾ ਅਟੈਕਿੰਗ ਮੋਡ ਦੇ ਵਿੱਚ ਨਜ਼ਰ ਆਏ ਨੇ, ਭਾਵੇਂ ਉਹ 15 ਅਗਸਤ ਦਾ ਭਾਸ਼ਣ ਹੋਏ ਜਾਂ ਫਿਰ ਇਲੈਕਸ਼ਨ ਤੋਂ ਪਹਿਲੇ ਜਾਂ ਇਲੈਕਸ਼ਨ ਤੋਂ ਬਾਅਦ ਉਹਨਾਂ ਦੀ ਸਪੀਚਾਂ। ਪਰ ਚਲੋ ਮੁੱਦਾ ਅੱਗੇ ਤੁਰ ਰਿਹਾ ਹੈ, ਕਿੰਨਾ ਕੁ ਅੱਗੇ ਤੁਰਦਾ ਹੈ, ਕਿੰਨਾ ਐਥੀਕਲ ਤੇ ਅਨਐਥੀਕਲ ਚੀਜ਼ਾਂ ਇਸ ਮੁੱਦੇ ਤੇ ਹੁੰਦੀ ਹੈ, ਇਹ ਤੇ ਆਉਣ ਵਾਲੇ ਟਾਈਮ ਵਿੱਚ ਹੀ ਦੇਖਿਆ ਜਾਏਗਾ। ਹੁਣ ਦੂਜੀ ਤੁਸੀਂ ਗੱਲ ਕੀਤੀ ਰਜੀਆ ਸੁਲਤਾਨਾ ਉਹਨਾਂ ਦੇ ਅਸਤੀਫੇ ਦੇ ਉੱਤੇ, ਜਿੱਦਾਂ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਅਸਤੀਫੇ ਦੇ ਉੱਤੇ ਨਾ ਹਾਂ ਹਜੇ ਤੱਕ ਹੋਈ ਹੈ, ਇਹ ਸੇਮ ਚੀਜ਼ ਰਜੀਆ ਸੁਲਤਾਨਾ ਉਹਨਾਂ ਦੇ ਕੈਬਨਿਟ ਤੋਂ ਦਿੱਤੇ ਹੋਏ ਅਸਤੀਫੇ ਦੇ ਉੱਤੇ ਹਜੇ ਤੱਕ ਸਸਪੈਂਸ ਬਰਕਰਾਰ ਹੈ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਹੋਰ ਮੰਤਰੀਆਂ ਦੀ ਡਿਊਟੀ ਹਲਕਿਆਂ ਦੇ ਵਿੱਚ ਲਾ ਦਿੱਤੀ ਗਈ ਹੈ ਕਿ ਕਾਂਗਰਸ ਦਾ ਤੇ ਇਲੈਕਸ਼ਨ ਤੋਂ ਪਹਿਲੇ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਬਣਨ, ਉਹਦੇ ਵਿੱਚ ਰਜੀਆ ਸੁਲਤਾਨਾ ਦਾ ਨਾ ਹੋਣਾ ਉਹ ਇੱਕ ਟੈਕਨੀਕਲ ਗਰਾਊਂਡ ਵੀ ਹੋ ਸਕਦਾ, ਇੱਕ ਇੰਟੈਂਸ਼ਨਲ ਗਰਾਊਂਡ ਵੀ ਹੋ ਸਕਦਾ ਹੈ, ਔਰ ਅੱਗੇ ਆਉਣ ਵਾਲੀ ਕਾਂਗਰਸ ਦੇ ਵਿੱਚ ਇੰਟਰਨਲ ਰਣਨੀਤੀ ਦਾ ਵੀ ਹਿੱਸਾ ਹੋ ਸਕਦਾ ਹੈ। ਪਰ ਫਿਲਹਾਲ ਜੇ ਸਿੱਧੂ ਉਹਨਾਂ ਕੰਮ ਤੇ ਵਾਪਸ ਤੁਰ ਗਏ ਤੇ ਰਜੀਆ ਸੁਲਤਾਨਾ ਉਹਨਾਂ ਵੀ ਕੈਬਨਿਟ ਦੇ ਵਿੱਚ ਵਾਪਸ ਆ ਹੀ ਜਾਣਗੀਆਂ, ਅੱਜ ਨਹੀਂ ਤੇ ਕੱਲ। ਭਾਸਕਰ ਸਾਹਿਬ, ਇਹਦੇ ਚ ਅੱਜ ਇੱਕ ਹੋਰ ਦਿਲਚਸਪ ਚੀਜ਼ ਦੇਖਣੀ ਹੋਊਗੀ ਕਿ ਅੱਜ ਦੀ ਜਿਹੜੀ ਮਾਰਚ, ਅੱਜ ਦਾ ਜਿਹੜਾ ਇਹ ਲੰਬਾ ਤਾਮ-ਝਾਮ ਆ, ਇਹਦੇ ਵਿੱਚ ਸਰਕਾਰ ਸ਼ਾਮਲ ਹੁੰਦੀ ਕਿ ਨਹੀਂ, ਸਰਕਾਰ ਦੇ ਮੰਤਰੀ ਜਾਂ ਪੂਰੀ ਸਰਕਾਰ, ਜਾਂ ਕਿਸ ਰੂਪ ਚ, ਕੀ ਸਿਰਫ ਇਹ ਸੰਗਠਨ ਦਾ ਕਾਂਗਰਸ ਪਾਰਟੀ ਦਾ ਹੋਊਗਾ, ਜਾਂ ਅੱਜ ਕਾਫੀ ਦਿਨਾਂ ਬਾਅਦ ਮੁੱਖ ਮੰਤਰੀ ਔਰ ਸਿੱਧੂ ਦੋਨੇ ਇੱਕ ਫੋਟੋ ਚ ਇਕੱਠੇ ਜੱਫੀ ਪਾ ਕੇ ਜਾਂ ਹੱਥ ਫੜ ਕੇ ਜਾਂ ਇੱਕ ਗੱਡੀ ਚ ਨਜ਼ਰ ਆਉਣਗੇ? ਕੀ ਇੱਕ ਲੰਬੇ ਅਰਸੇ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਇਕੱਠੇ ਆਉਣਗੇ, ਜਾਂ ਫਿਰ ਮੁੱਖ ਮੰਤਰੀ ਚੰਨੀ, ਰੰਧਾਵਾ
ਮਨਪ੍ਰੀਤ ਬਾਦਲ ਤੇ ਸਿੱਧੂ, ਹਰੀਸ਼ ਚੌਧਰੀ ਤੇ ਕ੍ਰਿਸ਼ਨਾ ਦੇ ਨਾਲ ਕਿਧਰੇ ਫੋਟੋ 'ਚ ਨਜ਼ਰ ਆਉਣਗੇ। ਇਹ ਦਿਲਚਸਪ ਹੁੰਦਾ, ਇਹ ਸੰਕੇਤਕ ਹੁੰਦੇ ਆ ਕਿ ਤੁਹਾਡੀ ਇਕੁਏਸ਼ਨ ਕਿਹੋ ਜੀ ਹੈ, ਰਿਸ਼ਤਿਆਂ ਤੇ ਬਰਫ਼ ਜੰਮੀ ਖੁਰੀ ਕਿ ਨਹੀਂ, ਅਜੇ ਜਮੂਦ ਟੁੱਟੇ ਕਿ ਨਹੀਂ। ਇਹ ਬਹੁਤ ਅਹਿਮ ਹੋਊਗਾ, ਇਹ ਅਗਲੇ ਦਿਨਾਂ ਦੀ ਰਾਜਨੀਤੀ ਨੂੰ ਪ੍ਰਭਾਸ਼ਿਤ ਵੀ ਕਰੂਗਾ ਤੇ ਪ੍ਰਭਾਵਿਤ ਵੀ ਕਰੂਗਾ। ਤੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਾਂਗਰਸੀ ਵਰਕਰ ਤੋਂ ਲੈ ਕੇ ਐਮਐਲਏ ਜਾਂ ਐਮਐਲਏ ਬਣਨ ਦੀ ਹੋੜ 'ਚ ਲੱਗਿਆਂ ਨੂੰ ਵੀ ਵੇਖਣਾ ਹੋਊਗਾ ਕਿ ਕਿਹੜੇ ਘਰ ਦਾ ਦਰਵਾਜ਼ਾ ਜ਼ਿਆਦਾ ਵਾਰ ਖੜਕਾਇਆ ਜਾਵੇ ਜਾਂ ਕਿੱਥੇ ਕਿ ਜੋ ਹੁਣ ਪਾਵਰ ਜ਼ਿਆਦਾ ਖੜੀ ਹੈ। ਖੈਰ, ਜਦੋਂ ਮੁੱਖ ਮੰਤਰੀ ਸਾਹਿਬ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦੇ ਨੇੜੇ ਬੈਠੇ ਆ ਤੇ ਧੁੜਕੂ ਤਾਂ ਸਿੱਧੂ ਨੂੰ ਵੀ ਲੱਗਿਆ ਹੋਊਗਾ। ਰਿਸ਼ਤੇ ਬਦਲ ਰਹੇ ਆ, ਰਿਸ਼ਤਿਆਂ ਦੀ ਤਾਸੀਰ ਜਿਹੜੀ ਆ ਉਹ ਹੋਰ ਹੁੰਦੀ ਆ। ਤੁਹਾਨੂੰ ਪਤਾ ਹੀ ਹੈ, ਜਿਹੜਾ ਨੇੜੇ ਕਹਿੰਦਾ ਕੀ ਕਹਿੰਦੇ ਹੁੰਦੇ ਆ, ਜਿਹੜਾ ਅੱਖ ਤੋਂ ਦੂਰ ਤੇ ਉਹ, ਹਾਂਜੀ, ਸੋ ਆਊਟ ਆਫ ਸਾਈਟ ਆਊਟ ਆਫ ਸਾਈਟ ਆਊਟ ਆਫ ਮਾਈਂਡ ਆਊਟ ਆਫ ਸਾਈਟ, ਉਹ ਜਿੰਜ ਦਾ ਹੁੰਦਾ। ਅੰਗਰੇਜ਼ੀ ਮੇਰੀ ਕਮਜ਼ੋਰੀ ਆ, ਉਹ ਮੈਨੂੰ ਉਹ ਵੀ ਦੱਸ ਦਿਓ ਕਿ ਕੇਜਰੀਵਾਲ ਸਾਹਿਬ ਨਾਲ ਕੀ ਪੰਗਾ ਜਿਹਾ ਪੈ ਗਿਆ, ਪੇਚਾ ਫਸ ਗਿਆ ਮੁੱਖ ਮੰਤਰੀ ਸਾਹਿਬ ਚੰਨੀ ਜੀ ਦਾ। ਚੰਨੀ ਉਹਨਾਂ ਨੇ ਇੱਕ ਮਜ਼ਾਕ, ਇੱਕ ਲਾਈਟਰ ਵੇਨ ਦੇ ਵਿੱਚ ਇੱਕ ਗੱਲ ਕੀਤੀ ਸੀਗੀ ਕਿ ਜਦ ਉਹਨਾਂ ਨੂੰ ਪੱਤਰਕਾਰ ਨੇ ਪੁੱਛਿਆ ਕਿ ਕੇਜਰੀਵਾਲ ਉਹਨਾਂ ਮੁੱਦਿਆਂ ਦੀ ਗੱਲ ਕਰਦੇ ਪਏ ਨੇ ਜਿਹੜੇ ਹਜੇ ਤੱਕ ਕਾਂਗਰਸ ਦੇ 2017 ਦੇ ਮੈਨੀਫੈਸਟੋ ਦੇ ਵਿੱਚ ਸੀਗੇ, ਪਰ ਨਾ ਕੈਪਟਨ ਸਰਕਾਰ ਨੇ ਪੂਰੇ ਕੀਤੇ ਨੇ, ਨਾ ਤੁਹਾਡੀ 15 ਦਿਨਾਂ ਦੀ ਫਿਲਹਾਲ ਜਿਹੜੀ ਸਰਕਾਰ ਬਣੀ ਹੋਈ ਨੇ ਉਹਨੇ ਪੂਰੇ ਕੀਤੇ ਨੇ। ਤੇ ਗੱਲ ਬਜਾਏ ਕਿ ਇਸ ਗੱਲ ਦਾ ਜਵਾਬ ਦਿੰਦੇ, ਉਹ ਕਹਿੰਦੇ ਵੀ ਕੇਜਰੀਵਾਲ ਕੋਲ ਲੱਗਦਾ ਕੱਪੜੇ ਚੰਗੇ ਨਹੀਂ ਹੈਗੇ। ਉਹਨਾਂ ਨੇ ਆਪਣੇ ਪੱਤਰਕਾਰ ਜਿਹੜੇ ਵੀ ਸੀਗੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ 5000 ਰੁਪਏ ਹੈਗੇ ਆ, ਤੁਹਾਡੇ ਕੋਲ ਹੈਗੇ ਆ, ਵੀ ਇਹ ਕੇਜਰੀਵਾਲ ਨੂੰ 5000 ਰੁਪਏ ਦੇ ਦਿਓ, ਕੱਪੜੇ ਚੰਗੇ ਲੈ ਲੈ। ਇਹ ਉੱਦਾਂ ਦੀ ਹੀ ਕੁਝ ਗੱਲ ਕੀਤੀ ਸੀਗੀ। ਤੁਹਾਨੂੰ ਯਾਦ ਹੋਏਗਾ ਜਦ ਪਿਛਲੀ ਸਰਕਾਰ ਦੀ ਅਸੈਂਬਲੀ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਚੰਨੀ ਸਾਹਿਬ ਹੁੰਦੇ ਸੀਗੇ ਤੇ ਅਕਾਲੀ ਦਲ ਨੇ ਜਿੱਦਾਂ ਸਰਕਸ ਦੇਖਣ ਆਉਂਦੇ ਹੁੰਦੇ ਆ, ਉੱਦਾਂ ਦਾ ਇੱਕ ਸਿਸਟਮ ਜਿਹਾ ਕਰਕੇ ਚੰਨੀ ਉਹਨਾਂ ਨੂੰ ਕਸੂਤਾ ਫਸਾਇਆ ਸੀਗਾ। ਉਹਨਾਂ ਨੇ ਕੈਪਟਨ ਸਰਕਾਰ ਦੇ ਕੀਤੇ ਹੋਏ ਕੰਮਾਂ ਦੀ ਗੱਲ ਚੰਨੀ ਉਹਨਾਂ ਤੋਂ ਪੁੱਛੀ, ਕਿਉਂਕਿ ਉਸ ਟਾਈਮ ਚੰਨੀ ਉਹਨਾਂ ਉਸ ਅਸੈਂਬਲੀ ਦੇ ਵਿੱਚ ਇਕੱਲਾ ਹੀ ਸੀਗੇ ਤਕਰੀਬਨ। ਉਹ ਕਹਿੰਦੇ ਜੀ ਕੈਪਟਨ ਸਰਕਾਰ ਨੇ ਪਿਛਲੇ ਜਿਹੜੇ 5 ਸਾਲ ਦਾ ਟੈਨਿਓਰ ਸੀਗਾ ਜਿਹੜਾ ਉਹਨਾਂ ਦੀ ਸਰਕਾਰ 2002 ਤੋਂ 7 ਦਾ, ਉਹਨਾਂ ਨੇ ਸੜਕਾਂ ਦੇ ਪੈਚ ਵਰਕ ਕਰਾਏ ਔਰ ਜਿੰਨੇ ਕੁ ਠਾਕੇ ਵੱਜੇ ਅਸੈਂਬਲੀ ਦੇ ਵਿੱਚ, ਔਰ ਨਾਲ ਉਹ ਆਪਣੀ ਗੱਲ ਤੇ ਅੜੇ ਨੇ, ਕਰਾਏ ਕਿ ਨਹੀਂ ਕਰਾਏ, ਕਰਾਏ ਕਿ ਨਹੀਂ ਕਰਾਏ। ਉਹ ਇੱਕ ਬੜਾ ਇੱਕ ਹਾਸਿਆ ਦਾ ਕਾਰਨ ਬਣਿਆ ਸੀਗਾ। ਹੁਣ ਜਿਹੜੀ ਚੰਨੀ ਉਹਨਾਂ ਨੇ ਕੱਪੜਿਆਂ ਦੀ ਗੱਲ ਵੀ ਕੀਤੀ ਹੈ, ਉਹ ਇੱਕ ਪੰਜਾਬ ਦੇ ਮੁੱਖ ਮੰਤਰੀ ਦੇ ਕੱਦ ਨੂੰ ਸੂਟ ਨਹੀਂ ਕਰਦੀ, ਕਿਉਂਕਿ ਜਦ ਤੁਸੀਂ ਗੱਲ ਰਾਜਨੀਤੀ ਦੀ ਕਰਦੇ ਹੋ, ਸੀਰੀਅਸਨੈਸ ਦੀ ਕਰਦੇ ਹੋ, ਤੇ ਉਹਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਨੈਰੇਟਿਵ ਸੈੱਟ ਕਰਨ ਵਾਲੀ ਗੱਲ ਹੁੰਦੀ ਹੈ। ਔਰ ਮੁੱਖ ਮੰਤਰੀ ਨੂੰ ਕਿਸੇ ਗੱਲ ਦਾ ਵੀ ਨੈਰੇਟਿਵ ਪੋਜ਼ਿਟਿਵ ਤਰੀਕੇ ਨਾਲ ਸੈੱਟ ਕਰਨਾ ਚਾਹੀਦਾ। ਜਦ ਤੁਸੀਂ ਕਿਸੇ ਦੇ ਕੱਪੜਿਆਂ ਦੀ ਗੱਲ ਕਰੋਗੇ, ਕਿਸੇ ਦੀ ਪੱਗ ਦੀ ਗੱਲ ਕਰੋਗੇ, ਕਿਸੇ ਦੀ ਸ਼ਕਲ ਦੀ ਗੱਲ ਕਰੋਗੇ, ਤੇ ਇਹ ਰਾਜਨੀਤੀ ਦੇ ਵਿੱਚ ਕੋਈ ਚੰਗੀ ਗੱਲ ਨਹੀਂ ਹੁੰਦੀ ਕਿਸੇ ਦੇ ਉੱਤੇ ਕੋਈ ਪਰਸਨਲ ਕਮੈਂਟਸ ਕਰਨਾ। ਔਰ ਮੁੱਖ ਮੰਤਰੀ ਨੂੰ ਇਸ ਗੱਲ ਨੂੰ ਅੱਗੇ ਚੱਲ ਕੇ ਸੋਚਣ ਦੀ ਵੀ ਲੋੜ ਹੈ ਤੇ ਸਮਝਣ ਦੀ ਵੀ ਲੋੜ ਹੈ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਲੇਕਿਨ ਇਹ ਦਿਲਚਸਪ ਹੋਊਗਾ ਅੱਜ ਫੁੱਲ ਡੇ ਦੇਖਣਾ ਕਿ ਹਾਲਾਤ ਕਿੱਧਰ ਨੂੰ ਜਾਂਦੇ ਆ ਔਰ ਕਿਸ ਤਰੀਕੇ ਦੀ ਜਿਹੜੀ ਕਵਾਇਦ ਆ ਕਾਂਗਰਸ ਦੀ ਰਹਿੰਦੀ ਆ। ਅਕਾਲੀ ਦਲ ਵੀ ਆਪਣਾ ਇੱਕ ਵਫਦ ਮੁੱਖ ਪ੍ਰਧਾਨ ਮੰਤਰੀ ਨੂੰ ਮਿਲਣ ਲਈ, ਗ੍ਰਹਿ ਮੰਤਰੀ ਨੂੰ ਮਿਲਣ ਲਈ ਗੱਲ ਕਰ ਰਿਹਾ। ਉਹਨਾਂ ਨੂੰ ਕਿੰਨੀ ਕੁ ਪਰਮਿਸ਼ਨ ਮਿਲਦੀ ਜਾਂ ਉਹਨਾਂ ਦੀ ਗੱਲ ਦਾ ਕਿੰਨਾ ਵਜਨ ਬਣਦਾ। ਲੇਕਿਨ ਜਦੋਂ ਇਹ ਕਾਫਲਾ ਨਿਕਲੇਗਾ ਤਾਂ ਕੀ ਇਹ ਹਰਿਆਣੇ ਦੇ ਬਾਰਡਰ ਤੇ ਰੋਕਿਆ ਜਾਏਗਾ, ਹਰਿਆਣਾ ਗਵਰਨਮੈਂਟ ਰੋਕੇਗੀ, ਜਾਂ ਅੱਗੇ ਜਾ ਕੇ ਇਸ ਮਾਰਚ ਨੂੰ ਯੂਪੀ ਦੇ ਬਾਰਡਰ ਤੱਕ ਜਾਣ ਦਿੱਤਾ ਜਾਏਗਾ? ਮੈਨੂੰ ਲੱਗਦਾ ਹੈ ਕਿ ਇਹ ਸੁਰਖੀ ਤਾਂ ਵੱਡੀ ਬਣੂਗੀ, ਇਹਦੇ ਅਰਥ ਕਿੱਡੇ ਵੱਡੇ ਹੋਣਗੇ, ਮੋਦੀ ਗਵਰਨਮੈਂਟ ਤੇ ਤਾਂ ਕਿੰਨਾ ਅਸਰ ਪਏਗਾ, ਜਾਂ ਕਾਂਗਰਸ ਦਾ ਇੱਕ ਸ਼ਕਤੀ ਪ੍ਰਦਰਸ਼ਨੀ ਹੋਏਗਾ। ਸਾਨੂੰ ਇਹ ਵੀ ਦੇਖਣਾ ਬੜਾ ਜ਼ਰੂਰੀ ਹੈ। ਕੱਲ ਵੀ ਸ਼ਾਮ ਨੂੰ ਇੱਕ ਪ੍ਰੋਗਰਾਮ 'ਚ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਲੋਕ ਦੂਰ ਦੁਰਾਡੇ ਬੈਠੇ ਆ ਉਹਨਾਂ ਦੀ ਸੁਰੱਖਿਆ, ਉਹਨਾਂ ਦੇ ਭਾਈਚਾਰੇ, ਉਹਨਾਂ ਦੀਆਂ ਆਪਸੀ, ਕਿਉਂਕਿ ਜਿਸ ਤਰ੍ਹਾਂ ਦੀ ਸਿਆਸਤ ਆ, ਜਿਸ ਤਰ੍ਹਾਂ ਦੀ ਗੁੰਡਾਗਰਦੀ ਹੋਈ ਆ, ਉਹਨੂੰ ਤਾਂ ਕੋਈ ਵੀ ਜਸਟੀਫਿਕੇਸ਼ਨ ਨਹੀਂ, ਉਹਦੇ ਲਈ ਤਾਂ ਕੋਈ ਵੀ ਸ਼ਬਦ ਨਹੀਂ, ਉਹ ਤਾਂ ਬਹੁਤ ਹੀ ਬੁਰਾ ਹੋਇਆ। ਲੇਕਿਨ ਜਿਹੜੇ ਲੋਕ ਆਪਸ ਵਿੱਚ ਬੜੇ ਚੰਗੇ ਤਰੀਕੇ ਨਾਲ ਰਹਿੰਦੇ ਆ, ਉਹਨਾਂ 'ਚ ਦਫੇੜ ਨਾ ਪਵੇ, ਇਹ ਦੇਖਣਾ ਬਣਦਾ। ਜਿਨ੍ਹਾਂ ਲੋਕਾਂ ਨੇ ਪੀੜ੍ਹੀਆਂ ਤੋਂ ਉੱਥੇ ਆਪਣੇ ਡੇਰੇ ਲਾਏ ਹੋਏ ਆ, ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਨੇ, ਉਹਨਾਂ ਨੂੰ ਅਸੀਂ ਕਿਵੇਂ ਵੀ ਅਸੁਰੱਖਿਅਤ ਨਾ ਕਰੀਏ। ਸਾਡਾ ਕੋਈ ਐਕਟ ਕਿਸੇ ਦੂਜੇ ਲਈ ਪਰੇਸ਼ਾਨੀ ਨਾ ਬਣੇ। ਹਾਂ, ਵਿਰੋਧ ਹੋਣਾ ਚਾਹੀਦਾ, ਸੰਕੇਤਕ ਵੀ ਹੋਣਾ ਚਾਹੀਦਾ, ਪ੍ਰਧਾਨ ਮੰਤਰੀ ਦੇ ਲੈਵਲ ਤੇ ਵੀ ਹੋਵੇ। ਉਹਨਾਂ ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ, ਮਿਸਾਲੀ ਸਜ਼ਾਵਾਂ ਦਿੱਤੇ ਬਿਨਾਂ ਨਹੀਂ ਸਰਦਾ। ਕਿਉਂਕਿ ਜਦੋਂ ਤੁਸੀਂ ਕਿਸੇ ਵੀ ਐਸੇ ਐਕਟ ਨੂੰ ਸਖਤੀ ਨਾਲ ਪੇਸ਼ ਆਉਂਦੇ ਹੋ ਤਾਂ ਫਿਰ ਹੋਰ ਕੋਈ ਵੀ ਜ਼ਰੂਰਤ ਨਹੀਂ ਕਰਦਾ, ਜ਼ਿੰਦਗੀਆਂ ਦਾਅ ਤੇ ਲੱਗ ਜਾਂਦੀਆਂ। ਜਿਹੜਾ ਗ੍ਰਹਿ ਮੰਤਰੀ ਬਣਿਆ ਹੈ ਦੇਸ਼ ਦਾ ਜਾਂ ਮਿਨਿਸਟਰ ਆਫ ਸਟੇਟ ਹੈ, ਕਿਹੜਾ ਸੌਖਾ ਹੁੰਦਾ ਬਣਨਾ। ਲੇਕਿਨ ਐਸੀ ਸਥਿਤੀ 'ਚ ਫਸਣ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕੈਰੀਅਰ ਤਬਾਹ ਵੀ ਹੋ ਜਾਂਦੇ ਆ। ਸੋ ਮੈਨੂੰ ਲੱਗਦਾ ਹੈ ਕਿ ਇਹ ਜੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਹਿੰਮਤ ਨਹੀਂ ਕਰੇਗਾ। ਪਰ ਸਾਨੂੰ ਦੂਜੇ ਭਾਈਚਾਰੇ ਜਿਹੜੇ ਉਹਨਾਂ ਨੂੰ ਵੀ ਬਰਕਰਾਰ ਰੱਖਣ ਲਈ ਯੋਗਦਾਨ ਕਰਨਾ ਚਾਹੀਦਾ। ਚੀਜ਼ਾਂ ਜਿਹੜੀਆਂ ਉਹਨਾਂ ਨੂੰ ਇਨਸਾਫ ਦੇ ਨਜ਼ਰੀਏ ਤੋਂ ਤਾਂ ਦੇਖਣਾ ਚਾਹੀਦਾ, ਭੜਕਾਟ ਦੇ ਨਜ਼ਰੀਏ ਤੋਂ ਅੱਗੇ ਨਹੀਂ ਵਧਣਾ ਚਾਹੀਦਾ। ਭਾਸਕਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ।